ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਅੱਜ ਆਪਾਂ BA ਸਮੈਸਟਰ ਤੀਜਾ ਸੋਸ਼ੋਲੋਜੀ ਦੀ ਵੀਡੀਓ ਸੀਰੀਜ਼ ਦੇ ਵਿੱਚ ਸੋਸ਼ਲ ਡਿਫਰੈਂਸ਼ੀਏਸ਼ਨ ਟੌਪਿਕ ਕਵਰ ਕਰਾਂਗੇ। ਸਮਾਜਿਕ ਵਖਰੇਵਾਂ ਕੀ ਹੁੰਦਾ ਹੈ, ਸਮਾਜਿਕ ਵਿਭੇਦੀਕਰਨ ਕੀ ਹੁੰਦਾ ਹੈ। ਸੋ 1 ਬਾਏ 1 ਟੌਪਿਕਸ ਨੂੰ ਡਿਸਕਸ ਕਰ ਰਹੇ ਹਾਂ। ਇੰਪੋਰਟੈਂਟ ਕੁਐਸਚਨ ਮੈਂ ਜਲਦੀ ਹੀ ਪਾ ਦੇਵਾਂਗੀ, ਕੱਲ੍ਹ ਸਵੇਰ ਤੱਕ ਮਾਰਨਿੰਗ ਅਪਲੋਡ ਕਰ ਦਾਂਗੀ। ਸੋ ਹਜੇ ਆਪਾਂ ਚੈਪਟਰਸ ਰੀਡ ਕਰਦੇ ਹਾਂ, ਜਿਹੜੇ ਇੰਪੋਰਟੈਂਟ ਟੌਪਿਕਸ ਹੈ ਉਹੀ ਮੈਂ ਕਰਾ ਰਹੀ ਹਾਂ। ਸੋ ਇਸ ਚੈਪਟਰ ਦੇ ਵਿੱਚ ਆਪਾਂ ਸਮਾਜਿਕ ਵਖਰੇਵੇਂ ਦੇ ਮਾਪਦੰਡ, ਵਖਰੇਵੇਂ ਦੇ ਆਧਾਰ ਕੀ ਨੇ ਅਤੇ ਸਤਰੀਕਰਨ ਅਤੇ ਵਖਰੇਵੇਂ ਦੇ ਵਿੱਚ ਠੀਕ ਹੈ ਡਿਫਰੈਂਸ਼ੀਏਸ਼ਨ ਤੇ ਸੋਸ਼ਲ ਸਟ੍ਰੈਟੀਫਿਕੇਸ਼ਨ ਦੇ ਵਿੱਚ ਕੀ ਅੰਤਰ ਹੈ ਇਹ ਵੀ ਪੜਾਂਗੇ। ਫਸਟ ਆਫ ਆਲ ਤਾਂ ਸਮਾਜਿਕ ਵਖਰੇਵਾਂ ਕੀ ਹੁੰਦਾ ਹੈ। ਜਦੋਂ ਸਮਾਜ ਵੱਖ-ਵੱਖ ਸਮੂਹਾਂ ਦੇ ਵਿੱਚ ਹੋ ਜਾਂਦਾ ਹੈ, ਇਸ 'ਚ ਅੰਤਰ ਪਾਏ ਜਾਂਦੇ ਨੇ, ਇਹ ਅਲੱਗ-ਅਲੱਗ ਹੋ ਜਾਂਦਾ, ਇਸ ਨੂੰ ਅਸੀਂ ਸਮਾਜਿਕ ਵਖਰੇਵਾਂ ਕਹਿੰਦੇ ਹਾਂ। ਸ਼ੁਰੂ ਤੋਂ ਪ੍ਰਾਚੀਨ ਸਮਾਜ ਤੋਂ ਲੈ ਕੇ ਹੁਣ ਤੱਕ ਦੇ ਆਧੁਨਿਕ ਸਮਾਜ ਦੇ ਵਿੱਚ ਜਿਹੜਾ ਹੈ ਭਿੰਨਤਾਵਾਂ ਪਾਈਆਂ ਜਾਂਦੀਆਂ ਨੇ, ਵੱਖ-ਵੱਖ ਸਮੂਹ ਪਾਏ ਜਾਂਦੇ ਨੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਮਾਜ 'ਚ ਵੰਡ ਹੈ ਤਾਂ ਫਿਰ ਇਹ ਆਤਮ ਨਿਰਭਰ ਹੋਣਗੇ, ਨਹੀਂ। ਇਹ ਸਮੂਹ ਆਤਮ ਨਿਰਭਰ ਨਹੀਂ ਸੀ, ਇਹ ਇੱਕ ਦੂਜੇ 'ਤੇ ਨਿਰਭਰ ਸੀ। ਵਖਰੇਵਾਂ ਹੈ ਲੇਕਿਨ ਫਿਰ ਵੀ ਇੱਕ ਦੂਜੇ 'ਤੇ ਜਿਹੜੇ ਨੇ ਨਿਰਭਰ ਨੇ। ਫੋਰ ਐਗਜ਼ਾਮਪਲ ਵਖਰੇਵੇਂ ਫੋਰ ਐਗਜ਼ਾਮਪਲ ਆਪਾਂ ਕਾਸਟ ਦੇ ਅਕੋਰਡਿੰਗ, ਜਾਤ ਦੇ ਅਕੋਰਡਿੰਗ ਦੇਖ ਰਹੇ ਹਾਂ। ਬ੍ਰਾਹਮਣ ਹੈ, ਕਸ਼ਤਰੀ ਹੈ, ਵੈਸ਼ਿਆ ਨੇ, ਸ਼ੂਦਰਾ ਨੇ, ਠੀਕ ਹੈ। ਇਹ ਚਾਰੋਂ ਅਲੱਗ ਨੇ ਵਰਨ, ਜਾਤਾਂ, ਠੀਕ ਹੈ। ਵਰਨ ਸੀ ਪਹਿਲਾਂ ਇਹ, ਲੇਕਿਨ ਬਾਅਦ 'ਚ ਇਹ ਜਾਤਾਂ ਬਣ ਗਈਆਂ, ਇਹ 'ਚੋਂ ਉਪਜਾਤਾਂ ਨਿਕਲ ਗਈਆਂ। ਹੁਣ 3000 ਦੇ ਕਰੀਬ ਉਪਜਾਤਾਂ ਨੇ। ਪਰ ਇਟ ਮੀਨਸ ਇਹ ਤਾਂ ਨਹੀਂ ਹੈ ਕਿ ਬ੍ਰਾਹਮਣ ਜਿਹੜੇ ਨੇ ਇਕੱਲੇ ਇੰਡੀਪੈਂਡੈਂਟ ਨੇ, ਆਪਣਾ ਕੰਮ ਆਪ ਕਰਦੇ ਨੇ, ਨੋ। ਇਹ ਇਹਨਾਂ 'ਤੇ ਡਿਪੈਂਡ ਨੇ। ਵਖਰੇਵਾਂ ਤਾਂ ਇਹਨਾਂ 'ਚ ਹੈ ਪਰ ਡਿਪੈਂਡ ਤਾਂ ਹੈ ਨਾ। ਕਸ਼ਤਰੀ ਆ, ਰਾਜੇ ਹੁੰਦੇ ਸੀਗੇ, ਠੀਕ ਹੈ, ਤਾਂ ਇਹ ਵੀ ਤਾਂ ਡਿਪੈਂਡ ਸੀਗੇ, ਕੋਈ ਪੂਜਾ ਪਾਠ ਕਰਾਉਣਾ ਬ੍ਰਾਹਮਣਾਂ ਦੇ ਉੱਤੇ। ਵੈਸ਼ਿਆ ਤੋਂ ਵੀ ਕੰਮ ਲੈਂਦੇ ਸੀ, ਸ਼ੂਦਰਾ ਤੋਂ ਵੀ ਕੰਮ ਲੈਂਦੇ ਸੀ। ਵੈਸ਼ਿਆ ਵੀ ਜਿਹੜੇ ਸੀਗੇ ਡਿਪੈਂਡ ਸੀਗੇ ਕਸ਼ਤਰੀਆ ਦੇ ਉੱਤੇ, ਕਿਉਂਕਿ ਰੱਖਿਆ ਕਰਦੇ ਹੁੰਦੇ ਸੀ ਕਸ਼ਤਰੀਆ। ਬ੍ਰਾਹਮਣ ਦੇ ਪੂਜਾ ਪਾਠ ਕਰਾਉਣਾ, ਸ਼ੂਦਰਾ ਤੇ ਜਿਹੜਾ ਹੈ ਸਰਵਿਸ ਕਰਾਉਂਦੀਆਂ ਸੀ ਇਹ ਤਿੰਨੇ ਜਾਤਾਂ। ਤਾਂ ਕਹਿਣ ਦਾ ਮਤਲਬ ਅਲੱਗ ਜ਼ਰੂਰ ਹੈ, ਵਖਰੇਵਾਂ ਜ਼ਰੂਰ ਹੈ, ਪਰ ਇਹ ਇੱਕ ਦੂਜੇ 'ਤੇ ਡਿਪੈਂਡ ਸੀ, ਕੋਈ ਵੀ ਆਤਮ ਨਿਰਭਰ ਨਹੀਂ ਸੀ। ਤਾਂ ਮਾਰਕਸ ਆਏ, ਠੀਕ ਹੈ। ਕਾਰਲ ਮਾਰਕਸ ਦਾ ਨਾਮ ਸੁਣਿਆ ਹੋਣਾ ਤੁਸੀਂ, ਆਪਣੇ ਸੋਸ਼ਲ ਥਿੰਕਰ ਵੀ ਆ, ਪੋਲੀਟੀਕਲ ਥਿੰਕਰ ਵੀ ਆ। ਤਾਂ ਮਾਰਕਸ ਨੇ ਕਿਹਾ ਕਿ ਵਰਗਹੀਣ ਸਮਾਜ ਹੁੰਦਾ ਹੋਣਾ ਚਾਹੀਦਾ, ਠੀਕ ਹੈ, ਕਿ ਵਰਗਹੀਣ ਸਮਾਜ ਆਦਰਸ਼ ਸਮਾਜ ਹੈ। ਅਤੇ ਇਹਨਾਂ ਨੇ ਕਿਹਾ ਵੀ ਕੋਈ ਵੀ ਕਲਾਸ ਨਹੀਂ ਹੋਣੀ ਚਾਹੀਦੀ, ਸਾਰੇ ਜਣੇ ਬਰਾਬਰ ਹੋਣੇ ਚਾਹੀਦੇ ਨੇ। ਅਤੇ ਕਲਾਸ ਮਤਲਬ ਨਾ ਤਾਂ ਅਪਰ ਕਲਾਸ ਹੋਵੇ, ਨਾ ਮਿਡਲ, ਨਾ ਹੀ ਲੋਅਰ, ਇੱਕੋ ਹੀ ਸਾਰੇ ਵਰਗਹੀਣ ਸਮਾਜ ਹੋਣਾ ਚਾਹੀਦਾ ਹੈ। ਤਾਂ ਰੂਸ ਵਿੱਚ ਵੀ ਵਰਗ ਤੋਂ ਬਿਨਾਂ ਸਮਾਜ ਸੋਚਿਆ ਗਿਆ, ਪਰ ਇੱਥੇ ਸਾਰੇ ਜਿਹੜਾ ਸਮਾਜ ਸੀਗਾ ਵਰਗ ਕੰਮ ਦੇ ਆਧਾਰ ਦੇ ਉੱਤੇ ਵੰਡਿਆ ਹੁੰਦਾ ਸੀਗਾ। ਪਰ ਹੌਲੀ ਹੌਲੀ ਸਮੇਂ ਦੇ ਅਨੁਸਾਰ ਇਹ ਭਿੰਨਤਾ ਜਿਹੜੀ ਡਿਫਰੈਂਸ਼ੀਏਸ਼ਨ ਹੈ ਅਲੱਗ-ਅਲੱਗ ਤਰ੍ਹਾਂ ਦੀ ਹੋਊਗੀ। ਪਰਿਭਾਸ਼ਾ 2 ਜਾਂ 3 ਪਰਿਭਾਸ਼ਾਵਾਂ ਜਿਹੜੀਆਂ ਵੀ ਤੁਹਾਨੂੰ ਯਾਦ ਹੁੰਦੀਆਂ ਕਰ ਸਕਦੇ ਹੋ। ਹਰਬਰਟ ਸਪੈਂਸਰ ਕਹਿੰਦੇ ਨੇ ਕਿ ਇਸ ਪ੍ਰਕਿਰਿਆ ਦੇ ਨਾਲ ਸਮਾਜ ਸਰਲਤਾ ਤੋਂ ਜਟਿਲਤਾ, ਸਮਰੂਪਤਾ ਤੋਂ ਭਿੰਨਤਾ ਦੇ ਵੱਲ ਜਾਂਦਾ ਹੈ। ਮਤਲਬ ਸੋਸ਼ਲ ਡਿਫਰੈਂਸ਼ੀਏਸ਼ਨ 'ਚ ਕੀ ਹੁੰਦਾ ਹੈ, ਪਹਿਲਾਂ ਸਮਾਜ ਤਾਂ ਸਰਲ ਸੀ, ਹੌਲੀ ਹੌਲੀ ਕੀ ਹੋ ਗਏ, ਕੰਪਲੈਕਸ ਸੁਸਾਇਟੀਜ਼ ਹੋ ਗਈਆਂ। ਪਹਿਲਾਂ ਹੋਮੋਜੀਨੀਅਸ ਯਾਨੀ ਕਿ ਸਾਰੇ ਇੱਕੋ ਤਰ੍ਹਾਂ ਦੇ ਕੰਮ ਕਰਦੇ ਸੀ, ਖੇਤੀਬਾੜੀ 'ਤੇ ਹੀ, ਹੈ ਨਾ, ਖੇਤੀਬਾੜੀ ਨਾਲ ਰਿਲੇਟਡ ਕੰਮ ਕਰਦੇ। ਪਰ ਹੁਣ ਜਿਹੜਾ ਦੇਖੋ ਹੈਟਰੋਜੀਨੀਅਸ ਸੁਸਾਇਟੀ ਹੈ। ਹੈਟਰੋਜੀਨੀਅਸ ਯਾਨੀ ਕਿ ਸਾਰੇ ਅਲੱਗ-ਅਲੱਗ ਕੰਮ ਕਰਦੇ ਨੇ, ਕਿਸੇ ਦਾ ਵੀ ਕੰਮ ਸਿਮਿਲਰ ਨਹੀਂ ਹੈ ਨਾ। ਤਾਂ ਹੈਟਰੋਜੀਨੀਅਸ ਸੁਸਾਇਟੀ ਹੋ ਗਈ, ਉਹਨਾਂ ਦੀਆਂ ਡਿਜ਼ਾਇਰਸ, ਨੀਡਸ ਅਲੱਗ-ਅਲੱਗ ਹੋ ਗਈਆਂ। ਤਾਂ ਉਸ ਤੋਂ ਬਾਅਦ ਹਰਬਰਟ ਸਪੈਂਸਰ ਤੋਂ ਬਾਅਦ 'ਚ ਲੂਮਲੇ ਕੀ ਕਹਿ ਰਹੇ ਨੇ ਕਿ ਵਿਭੇਦੀਕਰਨ ਸਮਾਜ ਦੀ ਉਹ ਪ੍ਰਕਿਰਿਆ ਹੈ ਜਿਸ ਦੇ ਨਤੀਜੇ ਵਜੋਂ ਵਿਅਕਤੀਆਂ ਦੀ ਆਪਸੀ ਭਿੰਨਤਾਵਾਂ ਪ੍ਰਗਟ ਹੁੰਦੀਆਂ ਨੇ ਅਤੇ ਇੱਕ ਆਰਕੈਸਟਰਾ ਦੇ ਵਿਭਿੰਨ ਵਾਦਕਾਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਇੱਕ ਸੁਰ ਇਕਾਈ ਦੀ ਰਚਨਾ ਹੁੰਦੀ ਹੈ। ਦੇਖੋ ਆਰਕੈਸਟਰਾ ਦੇ ਸਾਰੇ ਜਿਹੜੇ ਵਾਦ ਹੁੰਦੇ ਨੇ, ਇੰਸਟਰੂਮੈਂਟ ਹੁੰਦੇ ਨੇ, ਅਲੱਗ-ਅਲੱਗ ਹੁੰਦੇ ਨੇ, ਪਰ ਸਾਊਂਡ ਦੇਖੋ ਕਿੰਨੀ ਪਿਆਰੀ ਮਿਲ ਕੇ ਇੱਕ ਆਉਂਦੀ ਹੈ। ਤਾਂ ਇਸੇ ਤਰ੍ਹਾਂ ਕਹਿੰਦੇ ਵਿਭੇਦੀਕਰਨ ਸਮਾਜ 'ਚ ਹੁੰਦਾ ਹੈ, ਪਰ ਫਿਰ ਵੀ ਜਿਹੜਾ ਹੈ ਇੱਕ ਸਮਾਜ ਦੀ ਇਕਾਈ ਨੂੰ ਉਹ ਬਣਾਉਂਦਾ ਹੈ। ਦੁਰਖੀਮ ਕਹਿ ਰਹੇ ਨੇ ਕਿ ਆਧੁਨਿਕ ਸਮਾਜ ਮਨੁੱਖੀ ਕਾਰਜਾਂ ਦੀ ਭਿੰਨਤਾ ਦੀ ਦੇਣ ਹੈ, ਜਿਹੜਾ ਹੁਣ ਦਾ ਸਮਾਜ ਹੈ, ਕਿਉਂਕਿ ਮਨੁੱਖ ਦੇ ਕਾਰਜਾਂ ਦੇ ਵਿੱਚ ਭਿੰਨਤਾ ਪਾਈ ਜਾਂਦੀ ਹੈ, ਡਿਵੀਜ਼ਨ ਆਫ ਲੇਬਰ ਪਾਈ ਜਾਂਦੀ ਹੈ। ਅਤੇ ਸਪੈਂਸਰ ਅਨੁਸਾਰ ਦੁਰਖੀਮ ਜਿਹੜਾ ਹੈ, ਠੀਕ ਹੈ, ਇੱਥੇ ਤੱਕ ਇਹ ਐਂਡ ਹੋ ਗਈ। ਆਧੁਨਿਕ ਸਮਾਜ ਮਨੁੱਖੀ ਕਾਰਜਾਂ ਦੀ ਭਿੰਨਤਾ ਦੀ ਦੇਣ ਹੈ। ਉਸ ਤੋਂ ਬਾਅਦ ਜਿਹੜਾ ਸਪੈਂਸਰ ਲਿਖ ਰਹੇ ਨੇ ਕਿ ਆਧੁਨਿਕ ਸਮਾਜ ਵਿੱਚ ਪ੍ਰਵੇਸ਼ ਕਰਨ ਦਾ ਮੁੱਖ ਕਾਰਨ ਵਿਸ਼ੇਸ਼ੀਕਰਨ ਅਤੇ ਕੰਮ ਦੀ ਵੰਡ ਹੈ। ਉਸ ਤੋਂ ਬਾਅਦ 'ਚ ਅਗਰ ਅਸੀਂ ਗੱਲ ਕਰੀਏ ਕਿ ਡਿਫਰੈਂਸ਼ੀਏਸ਼ਨ ਜਿਹੜਾ ਹੈ ਉਸਦੇ 3 ਮਾਪਦੰਡ ਹੁੰਦੇ ਨੇ। ਇੱਕ ਤਾਂ ਅਧਿਕਾਰ ਜਾਂ ਮਾਲਕੀ, ਭੌਤਿਕ ਵਸਤੂਆਂ, ਪੈਸਾ, ਸੰਪਤੀ, ਜਾਇਦਾਦ, ਜਿਨ੍ਹਾਂ ਦੇ ਕੋਲ ਹੈਗਾ ਅਤੇ ਜਿਨ੍ਹਾਂ ਕੋਲ ਇਹ ਨਹੀਂ ਹੈ, ਕਿਉਂਕਿ ਇਹ ਸਮਾਨ ਵੰਡ ਹੈ ਨਾ, ਇੱਕੋ ਜਿਹੀ ਵੰਡ ਤਾਂ ਹੈ ਨਹੀਂ, ਤਦ ਵੀ ਡਿਫਰੈਂਸ਼ੀਏਸ਼ਨ ਹੁੰਦਾ ਕਿ ਕਿਸ ਕੋਲ ਹੈ, ਕਿਸ ਕੋਲ ਨਹੀਂ ਹੈ। ਫਾਈਨ। ਉਸ ਤੋਂ ਬਾਅਦ 'ਚ ਕੁਆਲਿਟੀਜ਼ ਸਭ ਦੇ ਵਿੱਚ ਅਲੱਗ-ਅਲੱਗ ਹੁੰਦੀਆਂ, ਕੁਆਲਿਟੀ ਵਾਈਜ਼ ਵੀ ਅਸੀਂ ਡਿਫਰੈਂਸ਼ੀਏਸ਼ਨ ਕਰਦੇ ਹਾਂ।
ਕੁਝ ਕੋਲੇ ਬਹੁਤ ਜ਼ਿਆਦਾ ਸ਼ਕਤੀਆਂ ਹੁੰਦੀਆਂ, ਯੋਗਤਾਵਾਂ ਹੁੰਦੀਆਂ, ਕੁਝ ਕੋਲੇ ਬਿਲਕੁਲ ਵੀ ਨਹੀਂ ਹੁੰਦੀਆਂ, ਕੁਝ ਕੋਲੇ ਜਿਹੜੀਆਂ ਹੁੰਦੀਆਂ ਕੁਝ ਹੁੰਦੀਆਂ ਨੇ ਤੇ ਕੁਝ ਨਹੀਂ ਹੁੰਦੀਆਂ। ਮਤਲਬ ਕਿਸੇ ਕੋਲੇ ਬਹੁਤ ਘੱਟ, ਕਿਸੇ ਕੋਲੇ ਬਹੁਤ ਜ਼ਿਆਦਾ, ਕੁਝ ਵਿਚਾਰੇ ਐਵਰੇਜ 'ਚ ਚੱਲਦੇ ਨੇ। ਫਿਰ ਹੈ ਪ੍ਰਦਰਸ਼ਨ। ਹੁਣ ਨਿਸ਼ਚਿਤ ਸਮੇਂ ਅਤੇ ਸਮਾਨ ਸਥਿਤੀ 'ਚ ਰਹਿ ਕੇ ਹਰ ਇੱਕ ਕੰਮ ਨੂੰ ਕਿਵੇਂ ਕਰਨਾ ਹੈ, ਤਾਂ ਉਹ ਜਿਹੜਾ ਹੈ ਪ੍ਰਦਰਸ਼ਨ ਕਿੱਦਾਂ ਕਰਦਾ ਮਨੁੱਖ, ਅਲੱਗ ਪਹਿਚਾਣ ਜਿਹੜੀ ਹੈ ਕਿੱਦਾਂ ਰੱਖਦਾ। ਤਾਂ ਅਲੱਗ-ਅਲੱਗ ਪਹਿਚਾਣ ਹੁੰਦੀ ਹੈ ਸਾਰੇ ਲੋਕਾਂ ਦੀ, ਸਟੇਟਸ ਸਭ ਦਾ ਅਲੱਗ ਹੈ, ਰੋਲ ਅਲੱਗ ਹੈ, ਪਰਫੋਰਮ ਉਹ ਅਲੱਗ ਤਰੀਕੇ ਨਾਲ ਕਰਦਾ ਹੈ। ਤਾਂ ਇਸ ਤਰ੍ਹਾਂ ਵੀ ਜਿਹੜਾ ਹੈ ਡਿਫਰੈਂਸ਼ੀਏਸ਼ਨ ਪਾਈ ਜਾਂਦੀ ਹੈ। ਹੁਣ ਡਿਫਰੈਂਸ਼ੀਏਸ਼ਨ ਦੇ ਜਿਹੜੇ ਬੇਸ ਨੇ ਉਹ ਕਿਹੜੇ-ਕਿਹੜੇ ਨੇ, ਤਾਂ ਬੇਸਿਸ ਆਫ ਸੋਸ਼ਲ ਡਿਫਰੈਂਸ਼ੀਏਸ਼ਨ, ਸਮਾਜਿਕ ਵਖਰੇਵੇਂ ਦੇ ਆਧਾਰ। ਸਮਾਜਿਕ ਵਖਰੇਵਾਂ ਇੱਦਾਂ ਹੀ ਨਹੀਂ ਹੈ ਕਿ ਭਾਰਤ 'ਚ ਪਾਇਆ ਜਾਂਦਾ, ਸਾਰੇ ਸਮਾਜਾਂ 'ਚ ਪਾਇਆ ਜਾਂਦਾ ਅਤੇ ਵਖਰੇਵੇਂ ਦੇ ਆਧਾਰ ਵੀ ਭਿੰਨ-ਭਿੰਨ ਹੈ, ਕਿਉਂਕਿ ਇਹਨਾਂ ਦੇ ਅਨੁਸਾਰ ਹੀ ਜਿਹੜੀ ਹੈਗੀ ਹੈ ਆਧਾਰਾਂ 'ਚ ਤਬਦੀਲੀ ਆਉਂਦੀ ਹੈ। ਹੁਣ ਜੀਵ ਵਿਗਿਆਨਿਕ ਆਧਾਰ ਹੁੰਦੇ ਨੇ, ਇੱਕ ਹੁੰਦੇ ਨੇ ਸੋਸ਼ੀਓ ਕਲਚਰਲ, ਬਾਇਓਲੋਜੀਕਲ, ਸੋਸ਼ੀਓ ਕਲਚਰਲ। ਬਾਇਓਲੋਜੀਕਲ 'ਚ ਕੀ ਹੈਗਾ, ਜੀਵ ਵਿਗਿਆਨਿਕ ਆਧਾਰ। ਹੁਣ ਬਾਏ ਬਰਥ ਅਸੀਂ ਸਾਰੇ ਸੇਮ ਤਾਂ ਨਹੀਂ ਹੈਗੇ, ਡਿਫਰੈਂਸ਼ੀਏਸ਼ਨ ਤਾਂ ਪਾਈ ਜਾਂਦੀ ਹੈ ਨਾ। ਕਿਸੇ ਦਾ ਨੱਕ ਚੌੜਾ ਹੈ, ਕਿਸੇ ਦਾ ਨੱਕ ਪਤਲਾ ਹੈ, ਕਿਸੇ ਦਾ ਨੱਕ ਜਿਹੜਾ ਹੈ ਲੰਬਾ ਹੈ, ਠੀਕ ਹੈ। ਜਨਮ ਦੇ ਆਧਾਰ 'ਤੇ, ਉਮਰ ਦੇ ਆਧਾਰ 'ਤੇ ਸਾਰੇ ਅਲੱਗ-ਅਲੱਗ ਹੈ, ਨਸਲ ਦੇ ਆਧਾਰ 'ਤੇ ਅਲੱਗ-ਅਲੱਗ ਹੈ, ਲਿੰਗ ਦੇ ਆਧਾਰ 'ਤੇ ਸਾਰੇ ਅਲੱਗ-ਅਲੱਗ ਹੈ, ਠੀਕ ਹੈ। ਤਾਂ ਇਹ ਵਖਰੇਵਾਂ ਵੀ ਸਮਾਜ 'ਚ ਪਾਇਆ ਜਾਂਦਾ। ਤਾਂ ਕਿਹੜਾ ਹੈ ਬਾਇਓਲੋਜੀਕਲ ਆਧਾਰ 'ਤੇ ਕਿਹੜਾ ਵਖਰੇਵਾਂ ਪਾਇਆ ਜਾਂਦਾ। ਸਮਾਜਿਕ ਵਖਰੇਵੇਂ ਦਾ ਆਧਾਰ ਕੀ ਹੈ, ਜਨਮ। ਜਨਮ ਦੇ ਆਧਾਰ ਦੇ ਉੱਤੇ ਜਿਹੜੇ ਹੈਗੇ ਸਾਡੇ 'ਚ ਵਖਰੇਵਾਂ ਪਾਇਆ ਜਾਂਦਾ, ਕਿਉਂਕਿ ਪਹਿਲਾਂ ਕੀ ਸੀਗੇ, ਪਹਿਲਾਂ 4 ਵਰਣ ਸੀ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਅਤੇ ਇਹ ਸਤਰੀਕਰਨ ਪਾਇਆ ਜਾਂਦਾ ਸੀ। ਸਤਰੀਕਰਨ ਦੇ ਅਕੋਰਡਿੰਗ ਹਰੇਕ ਜਾਤ ਜਿਹੜੀ ਸੀ ਆਪਣੇ ਅੰਦਰ ਅਲੱਗ ਸੀ, ਠੀਕ ਹੈ। ਬ੍ਰਾਹਮਣ ਜੋ ਕੰਮ ਕਰਨਗੇ ਉਹ ਖੱਤਰੀ ਨਹੀਂ ਕਰਨਗੇ, ਖੱਤਰੀ ਜੋ ਕਰਨਗੇ ਕਸ਼ਤਰੀਆ ਨਹੀਂ ਕਰਨਗੇ, ਕਸ਼ਤਰੀ ਜੋ ਕਰਨਗੇ ਵੈਸ਼ ਨਹੀਂ ਕਰਨਗੇ, ਠੀਕ ਹੈ, ਤੇ ਸ਼ੂਦਰ ਨਹੀਂ ਕਰਨਗੇ। ਤਾਂ ਅਲੱਗ-ਅਲੱਗ ਸੀ, ਪੀੜ੍ਹੀ ਦਰ ਪੀੜ੍ਹੀ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਸੀ। ਤਾਂ ਜਨਮ ਦੇ ਅਕੋਰਡਿੰਗ ਜਿਹੜਾ ਸੀਗਾ ਡਿਫਰੈਂਸ਼ੀਏਸ਼ਨ ਪਾਇਆ ਜਾਂਦਾ ਸੀ। ਜਿਹੜਾ ਜਿਸ ਜਾਤ 'ਚ ਜਨਮ ਲੈਂਦਾ ਸੀ, ਉਪਜਾਤ 'ਚ ਜਨਮ ਲੈਂਦਾ ਸੀ, ਉਹਦੇ ਵਿੱਚ ਹੀ ਉਹਨੂੰ ਵਿਆਹ ਕਰਾਉਣਾ ਪੈਂਦਾ ਸੀ, ਉਹਦੇ ਅਕੋਰਡਿੰਗ ਉਹ ਖਾਣਾ ਖਾਂਦਾ ਸੀਗਾ। ਉਮਰ ਦੇ ਆਧਾਰ 'ਤੇ ਵਖਰੇਵਾਂ। ਹੁਣ ਦੇਖੋ ਸਮਾਜਿਕ ਵਖਰੇਵੇਂ ਦਾ ਆਧਾਰ ਉਮਰ ਵੀ ਹੈ, ਕਿਉਂਕਿ ਬੱਚੇ, ਜਵਾਨ, ਬੁੱਢੇ ਹੋ ਗਏ, ਪ੍ਰੌੜ ਅਵਸਥਾ 'ਚ ਹੋ ਗਏ, ਅਡਲਟ ਹੋ ਗਏ, ਤਾਂ ਇਹ ਸਾਰੇ ਅਲੱਗ-ਅਲੱਗ ਉਮਰ ਦੇ ਅਕੋਰਡਿੰਗ ਵੀ ਵੰਡੇ ਜਾਂਦੇ ਆ, ਤਾਂ ਡਿਫਰੈਂਸ਼ੀਏਸ਼ਨ ਹੁੰਦਾ, ਠੀਕ ਹੈ। ਉਸ ਤੋਂ ਬਾਅਦ 'ਚ ਜੇ ਆਪਾਂ ਗੱਲ ਕਰੀਏ, ਚਾਈਲਡਹੁੱਡ ਸਟੇਜ ਹੋ ਗਈ, ਐਡੋਲੈਸੈਂਟ ਸਟੇਜ ਹੋ ਗਈ, ਐਡਲਟਹੁੱਡ ਸਟੇਜ ਹੋ ਗਈ, ਓਲਡ ਏਜ ਸਟੇਜ ਹੋ ਗਈ। ਤਾਂ ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਅਸੀਂ ਚਾਈਲਡਹੁੱਡ ਸਟੇਜ 'ਚ ਹੁੰਦੇ ਹਾਂ, ਜਦੋਂ 16+ ਹੋ ਜਾਂਦੇ ਹਾਂ ਫਿਰ ਅਸੀਂ ਐਡੋਲੈਸੈਂਸ 'ਚ ਆ ਜਾਂਦੇ ਹਾਂ, 14 ਤੋਂ ਲੈ ਕੇ ਹੈ ਨਾ ਬਾਅਦ ਦੇ ਵਿੱਚ 19-20 ਤੱਕ, ਫਿਰ ਅਸੀਂ ਐਡਲਟਹੁੱਡ 'ਚ ਆਉਂਦੇ ਹਾਂ, ਫਿਰ ਅਸੀਂ ਬਜ਼ੁਰਗ ਅਵਸਥਾ 'ਚ ਆ ਜਾਂਦੇ। ਤਾਂ ਇਹ ਡਿਫਰੈਂਸ਼ੀਏਸ਼ਨ ਸਾਨੂੰ ਕੈਟੇਗਰਾਈਜ਼ ਸਾਨੂੰ ਮਿਲੀਆਂ ਹੋਈਆਂ ਨੇ। ਨਸਲ ਦੇ ਆਧਾਰ 'ਤੇ ਸਮਾਜਿਕ ਵਖਰੇਵਾਂ, ਸਾਡੀਆਂ ਸਭ ਦੀਆਂ ਨਸਲਾਂ ਜਿਹੜੀਆਂ ਨੇ ਅਲੱਗ-ਅਲੱਗ ਹੈ। 3 ਤਰ੍ਹਾਂ ਦੀਆਂ ਨਸਲਾਂ ਜਿਹੜੀਆਂ ਨੇ ਤਕਰੀਬਨ ਪਾਈਆਂ ਜਾਂਦੀਆਂ ਨੇ, ਇੱਕ ਤਾਂ ਹੋ ਗਏ ਕਾਕੇਸ਼ੀਅਨ, ਮੰਗਲੋਇਡ ਅਤੇ ਨੀਗਰੋਇਡ। ਸ਼ੋਰਟ ਕੁਐਸਚਨ ਤੁਹਾਨੂੰ ਆ ਸਕਦਾ ਹੈ ਕਿ ਨਸਲ ਆਧਾਰਿਤ ਸਮਾਜਿਕ ਵਖਰੇਵਾਂ। ਤਾਂ ਨਸਲਾਂ ਦੇ ਵਿੱਚ ਜਿਹੜੇ ਰੰਗ ਅਤੇ ਗੁਣ ਦੇ ਆਧਾਰ 'ਤੇ ਕੀਤੇ ਜਾਂਦੇ, ਕਾਕੇਸ਼ੀਅਨ ਜਿਹੜੀ ਹੈ ਚਿੱਟੀ ਨਸਲ ਹੈ, ਮੰਗਲੋਇਡ ਪੀਲੀ ਨਸਲ ਹੈ, ਨੀਗਰੋਇਡ ਕਾਲੀ, ਨੀਗਰੋ ਕਾਲੇ, ਹੈ ਨਾ। ਤਾਂ ਭਾਰਤ ਵਿੱਚ ਬ੍ਰਾਹਮਣ ਦੀ ਸਥਿਤੀ ਦੂਜੀਆਂ ਜਾਤਾਂ ਦੀ ਭਿੰਨਤਾ ਜਿਹੜੀ ਹੈ ਆਪਸ 'ਚ ਰਹੀ ਹੈ। ਅਮਰੀਕਾ ਵਿੱਚ ਇਹ ਨਸਲ ਜਿਹੜੀ ਹੈ ਚਿੱਟੀ ਨਸਲ ਦੇ ਲੋਕ ਰਹਿੰਦੇ ਨੇ, ਕਾਲੀ ਨਸਲ ਦੇ ਨੂੰ ਇਹ ਲਾਈਕ ਨਹੀਂ ਕਰਦੇ। ਭਾਰਤ 'ਚ ਜਿਹੜੀ ਹੈ ਨਸਲ ਵੈਸੇ ਆਪਾਂ ਦੇਖੀਏ ਤਾਂ ਸਾਂਵਲੇ ਲੋਕ ਜਿਹੜੇ ਨੇ ਉਹ ਮਿਲਦੇ ਨੇ। ਤਾਂ ਇਹ ਸਾਰਾ ਕੁਛ ਜਿਹੜਾ ਹੈ, ਜੇ ਆਪਾਂ ਗੱਲ ਕਰੀਏ ਕਿ ਨੀਗਰੋਇਡ ਨੇ ਉਹ ਬਿਲਕੁਲ ਕਾਲੇ ਨੇ, ਲੰਬੇ ਲੰਬੇ ਹੁੰਦੇ ਨੇ, ਠੀਕ ਹੈ, ਘੁੰਗਰਾਲੇ ਵਾਲਾਂ ਵਾਲੇ ਹੁੰਦੇ। ਤਾਂ ਇਹ ਸਾਰੀ ਡਿਫਰੈਂਸ਼ੀਏਸ਼ਨ ਸਾਡੇ ਵਿੱਚ ਪਾਈ ਜਾਂਦੀ ਹੈ ਨਸਲ ਦੇ ਆਧਾਰ 'ਤੇ। ਲਿੰਗ ਦੇ ਆਧਾਰ 'ਤੇ ਦੇਖੋ, ਲਿੰਗ ਦੇ ਆਧਾਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਲਿੰਗ ਦੇ ਆਧਾਰ 'ਤੇ ਆਪਾਂ ਕੰਮ ਇਸਤਰੀ ਪੁਰਸ਼ ਦਾ ਭੇਦਭਾਵ ਕਰਦੇ ਹਾਂ ਕਿ ਇਸਤਰੀ ਘਰ ਦੇ ਕੰਮ ਕਰੇਗੀ, ਜਿਹੜਾ ਪੁਰਸ਼ ਹੈ ਬਾਹਰ ਦੇ ਕੰਮ, ਜ਼ੋਰ ਵਾਲੇ ਕੰਮ ਸਾਰੇ ਪੁਰਸ਼ ਕਰੇਗਾ, ਠੀਕ ਹੈ। ਅਤੇ ਇਸਤਰੀਆਂ ਜਿਹੜੀਆਂ ਨੇ ਕੰਮ, ਬੱਚੇ ਪੈਦਾ ਕਰਨਾ, ਉਹਨਾਂ ਨੂੰ ਪਾਲਣਾ, ਖਾਣਾ ਬਣਾਉਣਾ, ਗੈਸਟਾਂ ਦੀ ਸੇਵਾ ਕਰਨਾ, ਦੇਖਭਾਲ ਕਰਨਾ। ਸੋ ਇਹ ਸਾਰਾ ਜਿਹੜਾ ਹੈ ਨੀਵੀਂ ਸਥਿਤੀ ਉਹਦੀ ਪੈਟਰੀਆਰਕੀ ਸੋਸਾਇਟੀ ਪਿੱਤਰਵੰਸ਼ੀ 'ਚ ਹੋਏਗੀ। ਤਾਂ ਇਹ ਸਾਰੇ ਕੰਮ ਲਿੰਗ ਦੇ ਆਧਾਰਿਤ ਦੇ ਉੱਤੇ ਡਿਫਰੈਂਸ਼ੀਏਸ਼ਨ ਕਰਕੇ ਦਿੰਦੇ ਨੇ ਕਿ ਵੀ ਤੁਸੀਂ ਜਿਹੜਾ ਹੈ ਆਹ ਕਰਨਾ, ਆਹ ਨਹੀਂ ਕਰਨਾ, ਕਿਹੜੇ ਲਿੰਗ ਨੇ ਕਿਹੜਾ ਕੰਮ ਕਰਨਾ ਹੈ। ਤਾਂ ਡਿਫਰੈਂਸ਼ੀਏਸ਼ਨ ਜਿਹੜੀ ਹੈ ਕਰਕੇ ਦਿੱਤੀ ਹੋਈ ਹੈ। ਸੋ ਵੈਸੇ ਇਹ ਜਿਹੜੀ ਆਪਾਂ ਗੱਲ ਕਰੀਏ ਤਾਂ ਡਿਫਰੈਂਸ਼ੀਏਸ਼ਨ ਦਾ ਆਧਾਰ ਤਾਂ ਬਦਲ ਰਿਹਾ, ਲੇਕਿਨ ਫਿਰ ਵੀ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਚੰਦ 'ਤੇ ਵੀ ਜਿਹੜੀਆਂ ਹੈ ਇਸਤਰੀਆਂ ਪਹੁੰਚ ਗਈਆਂ। ਤਾਂ ਇਟ ਮੀਨਸ ਕੀ ਹੈਗਾ ਕਿ ਭਿੰਨਤਾ ਜਿਹੜੀ ਹੈ ਖਤਮ ਹੋ ਰਹੀ ਹੈ, ਲੇਕਿਨ ਫਿਰ ਵੀ ਜਿਹੜਾ ਹੈ ਇਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮਾਤਰਾ 'ਚ ਆਪਣੇ ਭਾਰਤ 'ਚ ਭਾਰਤ ਨਹੀਂ ਸਮਾਜ 'ਚ ਹੀ ਪਾਈ ਜਾਂਦੀ ਹੈ, ਸਾਰੇ ਵਰਲਡ ਵਿੱਚ। ਹੁਣ ਜੇ ਆਪਾਂ ਗੱਲ ਕਰੀਏ ਸਮਾਜਿਕ ਵਖਰੇਵਾਂ ਦੇ ਸਮਾਜਿਕ
ਸੰਸਕ੍ਰਿਤਿਕ ਆਧਾਰ ਸੋਸ਼ੋ ਕਲਚਰਲ ਬੇਸਿਸ ਕਿਹੜੇ ਹੁੰਦੇ ਆ। ਹੁਣ ਜਿਹੜੇ ਆਪਾਂ ਜਨਮ ਦੇ ਆਧਾਰ ਤੇ ਬਾਇਓਲੋਜੀਕਲ ਪੜ੍ਹੇ ਨੇ, ਹੁਣ ਆਪਾਂ ਕਰਾਂਗੇ ਸੋਸ਼ੋ ਕਲਚਰ। ਇਕਨੋਮਿਕ ਬੇਸਿਸ ਦੇ ਉੱਤੇ ਵੀ ਸਾਰੇ ਅਲੱਗ-ਅਲੱਗ ਡਿਫਰੈਂਸ਼ੀਏਸ਼ਨ ਪਾਈ ਜਾਂਦੀ ਹੈ। ਆਕੂਪੇਸ਼ਨਲ ਬੇਸਿਸ ਕਿੱਤੇ ਸਭ ਦੇ ਅਲੱਗ-ਅਲੱਗ ਹੈ। ਰਾਜਨੀਤਿਕ ਆਧਾਰ ਸਭ ਦੇ ਅਲੱਗ-ਅਲੱਗ ਹੈ। ਧਾਰਮਿਕ ਸਭ ਦੇ ਰਿਲੀਜਨ ਅਲੱਗ-ਅਲੱਗ ਹੈ। ਵਿਦਿਅਕ ਆਧਾਰ ਸਭ ਦੇ ਅਲੱਗ-ਅਲੱਗ ਹੈ। ਤਾਂ ਇੱਦਾਂ ਡਿਫਰੈਂਸ਼ੀਏਸ਼ਨ ਪਾਇਆ ਜਾਂਦਾ ਹੈ। ਆਰਥਿਕ ਆਧਾਰ ਤੇ ਦੇਖੀਏ ਤਾਂ ਅੱਪਰ ਲੋਅਰ ਮਿਡਲ ਕਲਾਸਾਂ ਆਉਂਦੀਆਂ ਨੇ। ਧਨ ਅਤੇ ਸੰਪਤੀ ਦੇ ਆਧਾਰ ਦੇ ਉੱਤੇ ਸਮਾਜਿਕ ਸਤਰੀਕਰਨ ਜਿਹੜਾ ਹੈ ਇਸਦਾ ਮੁੱਖ ਆਧਾਰ ਹੈ। ਉਹ ਲੋਕ ਜਿਨ੍ਹਾਂ ਦਾ ਧਨ ਅਤੇ ਸੰਪਤੀ ਦਾ ਅਧਿਕਾਰ ਜ਼ਿਆਦਾ ਅੱਪ ਹੈ, ਉਹ ਉੱਚ ਵਰਗ 'ਚ ਆਉਂਦੇ ਨੇ। ਜਿਹੜੇ ਵੀ ਹੋਣੇ ਨੇ ਉਹ ਨੀਵੇਂ ਵਰਗ 'ਚ ਆਉਂਦੇ ਨੇ। ਜਿਨ੍ਹਾਂ ਕੋਲ ਐਵਰੇਜ ਹੁੰਦਾ ਉਹ ਵਿਚਕਾਰ ਵਾਲੇ ਵਰਗ 'ਚ ਆਉਂਦੇ ਨੇ। ਤਾਂ ਕਾਰਲ ਮਾਰਕਸ ਕਹਿ ਰਹੇ ਨੇ ਕਿ ਆਰਥਿਕ ਆਧਾਰ ਤੇ ਸਤਰੀਕਰਨ ਪ੍ਰਾਚੀਨ ਕਾਲ ਤੋਂ ਹੀ ਪਾਇਆ ਜਾ ਰਿਹਾ, ਇਹ ਕੋਈ ਨਵਾਂ ਨਹੀਂ ਹੈ। ਤੇ ਕੁਝ ਲੋਕ ਕੀ ਕਰਦੇ ਸੀਗੇ, ਮਲਕੀਅਤ ਹੁੰਦੀ ਸੀ ਉਹਨਾਂ ਦੀ, ਕੁਝ ਲੋਕ ਕਰਦੇ ਸੀ ਮਜ਼ਦੂਰੀ। ਤਾਂ ਬੁਰਜੂਆ ਅਤੇ ਪੁਲਤਾਰੀਅਤ ਦਾ ਇਹਨਾਂ ਨੇ ਕੰਸੈਪਟ ਦਿੱਤਾ ਹੈਗਾ। ਬੁਰਜੂਆ ਯਾਨੀ ਕਿ ਉੱਚ ਵਰਗ, ਪੁਲਤਾਰੀਅਤ ਯਾਨੀ ਕਿ ਨੀਵਾਂ ਵਰਗ। ਠੀਕ ਹੈ। ਸੋ ਆਕੂਪੇਸ਼ਨਲ ਹਰ ਵਿਅਕਤੀ ਦਾ ਕਿੱਤਾ ਦੂਜੇ ਤੋਂ ਭਿੰਨ ਹੈ, ਵਖਰੇਵਾਂ ਪਾਇਆ ਜਾਂਦਾ ਹੈ। ਕੋਈ ਡਾਕਟਰ ਹੈ, ਕੋਈ ਟੀਚਰ ਹੈ, ਕੋਈ ਪ੍ਰੋਫੈਸਰ ਹੈ, ਕੋਈ ਕਲਰਕ ਹੈ, ਕੋਈ ਪਿਓਨ ਹੈ, ਕੋਈ ਇੰਜੀਨੀਅਰ ਹੈ, ਕੋਈ ਵਕੀਲ ਹੈ। ਅਣਗਿਣਤ ਕਿੱਤੇ ਨੇ, ਹੈ ਨਾ। ਤਾਂ ਕਿੱਤਿਆਂ ਦੇ ਆਧਾਰ ਦੇ ਉੱਤੇ ਵੀ ਵਖਰੇਵਾਂ ਪਾਇਆ ਜਾਂਦਾ। ਪੋਲੀਟੀਕਲ ਬੇਸ ਰਾਜਨੀਤਿਕ ਆਧਾਰ, ਹੁਣ ਦੇਖੋ ਕਿੰਨੀਆਂ ਪਾਰਟੀਆਂ ਨੇ ਆਪਣੇ ਭਾਰਤ ਦੇ ਵਿੱਚ। ਤਾਂ ਰਾਜਨੀਤਿਕ ਸੱਤਾ ਸ਼ਕਤੀ ਭਿੰਨਤਾ ਦਾ ਆਧਾਰ ਰਹੀ ਹੈ। ਪਹਿਲਾਂ ਲੋਕ ਕਬੀਲੇ 'ਚ ਰਹਿੰਦੇ ਸੀ ਅਤੇ ਜੰਗਲਾਂ ਵਿੱਚ ਸੁਰੱਖਿਆ ਦੀ ਉਹਨਾਂ ਨੂੰ ਲੋੜ ਹੁੰਦੀ ਸੀ। ਇਸੇ ਕਾਰਨ ਉਹਨਾਂ ਨੇ ਕੀ ਹੈਗਾ, ਇਕੱਠੇ ਹੋਣਾ ਸ਼ੁਰੂ ਕਰਤਾ, ਇਕੱਠੇ ਰਹਿਣਾ ਸ਼ੁਰੂ ਕਰਤਾ। ਅਤੇ ਕਬੀਲੇ ਦਾ ਐਕਸਪੀਰੀਅੰਸਡ ਲੋਕ, ਓਲਡ ਜਿਹੜੇ ਲੋਕ ਹੁੰਦੇ ਸੀਗੇ, ਬਜ਼ੁਰਗ ਲੋਕ, ਉਹੀ ਸਮੱਸਿਆਵਾਂ ਨੂੰ ਹੱਲ ਕਰਦੇ ਸੀ। ਜਿਵੇਂ ਜਿਵੇਂ ਸਮਾਜ ਔਖਾ ਹੁੰਦਾ ਗਿਆ, ਜਟਿਲ ਹੁੰਦਾ ਗਿਆ, ਸਮੂਹ ਵੱਧਦੇ ਗਏ ਅਤੇ ਜਿਹੜਾ ਹੈ ਰਾਜਨੀਤਿਕ ਜਿਹੜਾ ਬੇਸ ਹੈ ਉਹ ਵੀ ਉਹਨਾਂ ਦਾ, ਹਰ ਕੋਈ ਕਹਿੰਦਾ ਸੀ ਕਿ ਮੈਂ ਆਪਣੇ ਪਰਿਵਾਰ ਦੇ ਮਾਮਲੇ ਮੈਂ ਸੋਲਵ ਕਰੂੰਗਾ। ਤਾਂ ਪੋਲੀਟੀਕਲ ਬੇਸ ਦਾ ਜਿਹੜਾ ਹੈ ਰਾਜਨੀਤਿਕ ਆਧਾਰ ਵੀ ਜਿਹੜਾ ਹੈ ਚੇਂਜ ਹੋਣਾ ਸਟਾਰਟ ਹੋ ਗਿਆ। ਫਿਰ ਸਮਾਜ ਤੋਂ ਖੁਦ ਤੋਂ ਕੰਟਰੋਲ ਨਹੀਂ ਹੋਇਆ ਤਾਂ ਕੌਣ ਆ ਗਿਆ, ਸੰਵਿਧਾਨ ਆ ਗਿਆ। ਸੰਵਿਧਾਨ ਨੇ ਕਾਨੂੰਨ ਬਣਾਤੇ, ਜੇਲ੍ਹ ਪੁਲਿਸ ਵਗੈਰਾ ਦਾ ਜਿਹੜੇ ਡਰ ਤੋਂ ਜਿਹੜਾ ਹੈ ਕੰਟਰੋਲ ਕੀਤਾ ਜਾਂਦਾ। ਹੁਣ ਤਾਂ ਪੋਲੀਟੀਕਲ ਬੇਸ ਜਿਹੜਾ ਹੈ ਸਭ ਨੂੰ ਵੱਖਰਾ ਵੱਖਰਾ ਕਰਦਾ। ਰਿਲੀਜੀਅਸ ਬੇਸ, ਸਭ ਦੇ ਧਰਮ ਅਲੱਗ-ਅਲੱਗ ਨੇ। ਠੀਕ ਹੈ। ਕੋਈ ਵੀ ਚਾਹੇ ਜਿਹੜਾ ਹੈ ਆਪਣਾ ਧਰਮ ਅਪਣਾ ਸਕਦਾ ਹੈ। ਤਾਂ ਧਰਮ ਸਭ ਦੇ ਸੇਮ ਨਹੀਂ ਹੈ, ਧਰਮ ਦੇ ਵਿੱਚ ਵੀ ਵਖਰੇਵਾਂ ਪਾਇਆ ਜਾਂਦਾ ਹੈ। ਤਾਂ ਸੋ ਸਮਾਜਿਕ ਵਖਰੇਵਾਂ ਜਿਹੜਾ ਹੈ ਧਰਮ ਦੇ ਵਿੱਚ ਵੀ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ, ਕਿਤੇ ਨਹੀਂ, ਸਾਰੇ ਕਿਤੇ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ। ਮਨੁੱਖੀ ਸੱਭਿਅਤਾ ਦਾ ਕੇਂਦਰੀ ਤੱਤ ਜਿਹੜਾ ਹੈ ਧਰਮ ਹੈ, ਕਿਉਂਕਿ ਹਰ ਬੰਦਾ ਕਿਸੇ ਨਾ ਕਿਸੇ ਧਰਮ ਨੂੰ ਜ਼ਰੂਰ ਮੰਨਦਾ। ਅਕਾਦਮਿਕ ਆਧਾਰ ਐਜੂਕੇਸ਼ਨਲ ਬੇਸ, ਤਾਂ ਸਿੱਖਿਆ ਸਾਰੀ ਮਨੁੱਖੀ ਕਿਰਿਆਵਾਂ ਦਾ ਆਧਾਰ ਹੈ। ਪਹਿਲਾਂ ਸਿੱਖਿਆ ਅਨੌਪਚਾਰਿਕ ਸੀ, ਨੋਨ ਫੋਰਮਲ ਸੀਗੀ। ਠੀਕ ਹੈ। ਅਤੇ ਹੁਣ ਜਿਹੜਾ ਹੈਗਾ ਆਪਾਂ ਕੀ ਹਾਂ, ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਹਾਂ। ਤਾਂ ਸਭ ਦਾ ਐਜੂਕੇਸ਼ਨਲ ਬੇਸ ਅਲੱਗ-ਅਲੱਗ ਹੈ। ਇਸ ਦੇ ਆਧਾਰ 'ਤੇ ਵੀ ਸੋਸ਼ਲ ਡਿਫਰੈਂਸਿਸ ਪਾਏ ਜਾਂਦੇ ਨੇ। ਵਖਰੇਵਾਂ ਅਤੇ ਸਤਰੀਕਰਨ 'ਚ ਅਲੱਗ ਕੀ ਹੈ। ਹੁਣ ਇਹ ਕੁਐਸਚਨ ਆ ਜਾਂਦਾ ਸ਼ੋਰਟ ਦੇ ਵਿੱਚ ਕਿ ਸਮਾਜਿਕ ਵਖਰੇਵਾਂ ਅਤੇ ਸਮਾਜਿਕ ਸਤਰੀਕਰਨ ਜਿਹੜਾ ਹੈ ਇਹ ਕਿਵੇਂ ਅਲੱਗ ਨੇ ਜਾਂ ਕਿਵੇਂ ਜੁੜੇ ਹੋਏ ਨੇ। ਹੁਣ ਦੇਖੋ ਦੋਵੇਂ ਪ੍ਰਕਿਰਿਆ ਸੰਬੰਧਿਤ ਵੀ ਨੇ ਅਤੇ ਭਿੰਨ ਵੀ ਹੈ। ਸੋਸ਼ਲ ਸਟ੍ਰੈਟੀਫਿਕੇਸ਼ਨ ਦਾ ਮਤਲਬ ਸਤਰੀਕਰਨ ਦਾ ਕੀ ਹੈ, ਜਦੋਂ ਸਮਾਜ ਦੇ ਵਿੱਚ ਸਤਰ ਪਾਏ ਜਾਣ, ਸਤਰੀਕਰਨ ਕੀਤਾ ਜਾਵੇ। ਇਸਦਾ ਫੋਰ ਐਗਜ਼ਾਮਪਲ ਕਿ ਬਹੁਤ ਸਾਰੀਆਂ ਜਿਹੜੀਆਂ ਜਾਤਾਂ ਨੇ ਉਹ ਉੱਚੀਆਂ ਨੇ, ਬਹੁਤ ਸਾਰੀਆਂ ਜਾਤਾਂ ਨੀਵੀਆਂ ਨੇ। ਤਾਂ ਜਾਤਾਂ ਨੀਵੀਆਂ ਕਿਹੜੀਆਂ, ਸ਼ਡਿਊਲ ਕਾਸਟ ਹੋ ਗਏ। ਠੀਕ ਹੈ। ਦਾਸ ਵਰਗ ਹੋ ਗਏ, ਗੁਲਾਮ ਵਰਗ ਹੋ ਗਏ। ਤਾਂ ਇੱਦਾਂ। ਅਤੇ ਕਲਾਸ ਜਿਹੜਾ ਹੈ ਉੱਚ ਵਰਗ, ਮੱਧ ਵਰਗ, ਨਿਮਨ ਵਰਗ। ਤਾਂ ਇਹ ਹੋ ਗਿਆ ਸਟ੍ਰੈਟੀਫਿਕੇਸ਼ਨ। ਪਰ ਜਦੋਂ ਇਹਨਾਂ ਦੇ ਵਿੱਚ ਆਪਸੀ ਅਲਗਾਵ ਪਾਇਆ ਜਾਂਦਾ ਹੈ ਕਿ ਇਹ ਸਪੈਸੀਫਿਕ ਕੰਮ ਇਹ ਕਰੂਗਾ, ਤਾਂ ਉਹ ਡਿਫਰੈਂਸ਼ੀਏਸ਼ਨ ਹੋ ਜਾਂਦਾ ਹੈ। ਸਮਾਜਿਕ ਵਖਰੇਵਾਂ ਪ੍ਰਕਿਰਤਿਕ ਜਾਂ ਆਪ ਮੁਹਾਰੀ ਪ੍ਰਕਿਰਿਆ। ਸੋਸ਼ਲ ਡਿਫਰੈਂਸ਼ੀਏਸ਼ਨ ਕੀ ਹੈ, ਨੈਚੁਰਲ ਸਪੌਂਟੇਨੀਅਸ ਪ੍ਰੋਸੈਸ ਹੈ। ਹਰ ਵਿਅਕਤੀ ਇੱਕ ਦੂਜੇ ਤੋਂ ਭਿੰਨ ਹੈ, ਨਸਲ ਦੇ ਆਧਾਰ 'ਤੇ, ਜਨਮ ਦੇ ਆਧਾਰ 'ਤੇ, ਯੋਗਤਾ ਦੇ ਆਧਾਰ 'ਤੇ। ਅਤੇ ਆਪਾਂ ਕਹੀਏ ਤਾਂ ਜਨਸੰਖਿਆ ਵੀ 3 ਸਮੂਹਾਂ 'ਚ ਵੰਡੀ ਹੋਈ ਹੈ, ਭਿੰਨਤਾਵਾਂ ਦੇ ਆਧਾਰ ਦੇ ਉੱਤੇ। ਭਿੰਨਤਾ ਤਾਂ ਸਿਰਫ ਕੇਵਲ ਭਿੰਨ ਭਿੰਨ ਪੱਧਰਾਂ ਦੇ ਆਧਾਰ 'ਤੇ, ਇਸ ਵਿੱਚ ਉੱਚ ਨਿਮਨਤਾ ਨਹੀਂ ਹੁੰਦੀ। ਸਤਰੀਕਰਨ 'ਚ ਕੀ ਹੋਇਆ ਕਿ ਕੌਣ ਉੱਚਾ ਕੌਣ ਨੀਵਾਂ, ਲੇਕਿਨ ਡਿਫਰੈਂਸ਼ੀਏਸ਼ਨ 'ਚ ਕੀ ਹੈ ਕਿ ਇਹ ਅਲੱਗ-ਅਲੱਗ ਨੇ। ਠੀਕ ਹੈ। ਉੱਚਾ ਨੀਵਾਂ ਨਹੀਂ ਹੁੰਦਾ, ਸਾਰੇ ਅਲੱਗ-ਅਲੱਗ ਨੇ। ਸਮਾਜਿਕ ਵਖਰੇਵਾਂ ਜਿਹੜਾ ਹੈ ਉਹ ਹੌਰੀਜ਼ੌਂਟਲ ਡਿਵੀਜ਼ਨ ਹੈ। ਠੀਕ ਹੈ। ਕਈ ਸਤਰਾਂ ਦੇ ਵਿੱਚ ਵੰਡੀ ਹੋਈ ਹੈ ਅਤੇ ਇਹ ਦਰਜੇਬੰਦੀ ਵੀ ਹੈ। ਇਸ ਵਿੱਚ ਭਿੰਨ ਸਤਰਾਂ ਜਿਹੜੀਆਂ ਹੁੰਦੀਆਂ ਨੇ ਜੁੜੀ ਉੱਚੀ ਅਤੇ ਨਿਮਨ ਸਥਿਤੀ ਹੁੰਦੀ ਹੈ। ਸਤਰੀਕਰਨ 'ਚ ਕੀ ਹੁੰਦਾ, ਕੌਣ ਉੱਚਾ ਕੌਣ ਨੀਵਾਂ, ਕੌਣ ਅਮੀਰ ਹੈ ਕੌਣ ਗਰੀਬ ਹੈ। ਲੇਕਿਨ ਵਿਭੇਦੀਕਰਨ ਕੀ ਹੈ, ਇੱਕ ਸਮਤਲ ਰੇਖਾ ਹੁੰਦੀ ਹੈ, ਸਾਰੇ ਜਿਹੜੇ ਬਰਾਬਰ ਹੁੰਦੇ ਆ ਲੇਕਿਨ ਅਲੱਗ-ਅਲੱਗ ਹੁੰਦੇ ਆ। ਠੀਕ ਹੈ। ਇਹ ਡਿਫਰੈਂਸ ਹੈ। ਸਮਾਜਿਕ ਵਿਭੇਦੀਕਰਨ ਸਤਰੀਕਰਨ ਦੀ ਤੁਲਨਾ 'ਚ ਆਸਾਨ ਹੈ, ਕਿਉਂਕਿ ਇਹਦੇ ਵਿੱਚ ਕੀ ਕਰ ਦਿੰਦੇ, ਡਿਵੀਜ਼ਨ ਕਰ ਦਿੱਤੀ ਜਾਂਦੀ ਹੈ। ਸੋਸ਼ਲ ਡਿਫਰੈਂਸ਼ੀਏਸ਼ਨ 'ਚ ਆਪਾਂ ਇੱਕ ਡਿਵੀਜ਼ਨ ਕਰਦੇ ਹਾਂ ਵੀ ਆ ਰਹੇ ਸਾਰੇ ਜਣੇ। ਠੀਕ ਹੈ। ਇੱਥੇ ਇਹ ਹੈ, ਇੱਥੇ ਇਹ ਹੈ, ਇੱਥੇ ਇਹ ਹੈ, ਇੱਥੇ, ਪਰ ਸਾਰੇ ਅਲੱਗ-ਅਲੱਗ ਹੈ।
ठीक है। लेकिन स्ट्रैटिफिकेशन च की है, ये उपर वाल नूं जा रहा है। ठीक है, एक पिरामिड बना दिता इहदा भी, उपर ब्राह्मण ने, फिर क्षत्रिया ने, फिर वैश्या ने, फिर शूद्रा ने। तो ये लेयर बनाती भी उपर वाले पार्टी जी है, उपर वाले पासे ब्राह्मण ने। तो लेकिन आप डिफरेंशिएशन की गल करिए, वो तो एक सिंपल जी समतल रेखा है जिहदे डिवीजन कर दी जाती है। ठीक है, तो सारे बराबर होंगे ने इहदे विभेदीकरण च। वखरेवें की प्रक्रिया सतरीकरण तो पुरानी है। हुण देखो वखरेवा जिहड़ा है जन्म के आधार पर है, क्योंकि असीं वख हाँ, सारे डिफरेंट है, कोई लड़का है कोई लड़की है। ठीक है, उम्र के आधार पर सारे अलग ने, कोई बच्चा है कोई बुढ़ा है, कोई जिहड़ा है जवान है। आदम समाज तो ये सारिया चीज़ां आ रही ने, पर सतरीकरण जिहड़ा है ये बहुत बाद दे विच कंसैप्ट आया। डिफरेंशिएशन तो प्रभु ने सानू बना के दिता है ना, भी अपन बिल्कुल अलग आ, साडी परसनैलिटी अलग है, साडी डिजायर्स अलग है, साडे कलर क्रीड सब कुछ अलग है। तो सतरीकरण जिहड़ा है ये न्यू कंसैप्ट है, ये जिहड़ा है ऋगवैदिक काल तो बाद च स्टार्ट होया। सो ये सी अज दा वीडियो, मिलते हैं आपां नवीं वीडियो दे नाल।